ਜਦੋਂ ਦੀ ਇਹ ਬੀਜੇਪੀ ਗੌਰਮੈਂਟ ਆਈ ਹੈ, ਇਹਨਾਂ ਨੇ ਮੇਰਾ ਭਾਰਤ ਮਹਾਨ ਸ਼ਬਦ ਹੀ ਖਤਮ ਕਰ ਦਿੱਤਾ ਹੈ। ਜਿਹੜਾ ਦੇਸ਼ ਮਹਾਨ ਹੋਵੇ ਉਹਦੇ ਲੋਕ ਅੰਦੋਲਨ ਨਹੀਂ ਕਰਦੇ 4-4 ਮਹੀਨੇ ਲਈ। ਉੱਥੇ ਦੀ ਗੌਰਮੈਂਟ ਖੁਦ ਸੋਚਦੀ ਆ ਵੀ ਇਹਨਾਂ ਨੂੰ ਇੰਨੀ ਵਧੀਆ ਸਹੂਲਤ ਦਿੱਤੀ ਜਾਵੇ ਕਿ ਇਹ ਅੰਦੋਲਨ ਨਾ ਕਰਨ। ਇਹ ਮੋਦੀ ਕਹਿੰਦਾ ਅਸੀਂ ਗੁਜਰਾਤ ਮਾਡਲ ਬਣਾਵਾਂਗੇ, ਦਿਖਾਣ ਕਿੰਨੇ ਵੀ ਗੁਜਰਾਤ 'ਚੋਂ ਕਿੰਨੇ ਸ਼ਹੀਦ ਹੋਏ ਆ, ਦੇਸ਼ ਦੀ ਆਜ਼ਾਦੀ ਲਈ ਕਿੰਨੇ ਸ਼ਹੀਦ ਹੋਏ ਆ। ਜ਼ਿਆਦਾਤਰ ਜਾਂ ਸ਼ਹੀਦ ਹੋਏ ਪੰਜਾਬੀ, 80% ਪੰਜਾਬੀਆਂ ਨੇ ਕੁਰਬਾਨੀ ਦਿੱਤੀ ਆ। ਪੰਜਾਬ ਦੇ ਨੌਜਵਾਨ ਆ ਉਹ ਬਾਹਰ ਕਿਉਂ ਜਾ ਰਹੇ ਆ? ਉਹ ਇਸੇ ਕਰਕੇ ਜਾ ਰਹੇ ਆ ਕਿਉਂਕਿ ਉੱਧਰ ਫਿਊਚਰ ਆ। ਸਰਕਾਰੀ ਨੌਕਰੀ ਤਾਂ ਸਾਨੂੰ ਕੀ ਮਿਲਣੀ, ਪ੍ਰਾਈਵੇਟ ਹੀ ਨਹੀਂ ਮਿਲਦੀ। ਪ੍ਰਾਈਵੇਟ ਜਾਓ ਉੱਥੇ 3-3 4-4 ਹਜ਼ਾਰ ਰੁਪਇਆ ਦਿੰਦੇ ਆ, ਕਹਿੰਦੇ ਤੁਸੀਂ ਫਰੈਸ਼ ਆ ਜੀ, ਤੁਹਾਨੂੰ ਇੰਨੇ ਪੈਸੇ ਮਿਲਣੇ ਆ, ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਵੀ ਕੈਪਟਨ ਸਾਹਿਬ ਨੇ ਜਿਹੜਾ ਕਿਹਾ ਸੀ ਅਸੀਂ ਨਸ਼ਾ ਖਤਮ ਕਰ ਦਾਂਗੇ, ਘਰ ਘਰ ਨਸ਼ਾ ਜ਼ਰੂਰ ਮਿਲਦਾ ਪਿਆ ਆ। ਅਮਰੀਕਾ ਦੀ ਬਰਾਬਰੀ ਕਿੱਦਾਂ ਕਰੂਗਾ ਸਾਡਾ ਮੁਲਕ? 5 ਟ੍ਰਿਲੀਅਨ ਡਾਲਰ ਦੀ ਕਹਿੰਦੇ ਮਤਲਬ ਇਕੋਨਮੀ ਬਣਾਉਣੀ ਆ। 5 ਟ੍ਰਿਲੀਅਨ ਵੇਚ ਕੇ ਤੁਸੀਂ ਜੋ ਮਰਜ਼ੀ ਕਰ ਲਓ, ਵੇਚ ਕੇ ਭਾਵੇਂ 500 ਕਰ ਲਓ। ਵੇਚਿਆ ਹੈ ਨਾ, ਬਣਾਇਆ ਤਾਂ ਨਹੀਂ ਕੁਛ। ਕਿਸਾਨੀ ਮੁੱਦੇ ਦੇ ਨਾਲ ਦਿੱਲੀ ਤੋਂ ਕਿਸਾਨਾਂ ਨੇ ਤਾਂ ਸਾਫ਼ ਕਹਿ ਦਿੱਤਾ ਕਿ ਭਾਈ ਕਣਕਾਂ ਵੀ ਵੱਢਾਂਗੇ ਤੇ ਮੋਰਚੇ ਵੀ ਲਾਵਾਂਗੇ। ਦਿੱਲੀ 'ਚ ਤਾਂ ਕਿਸਾਨ ਡਟੇ ਹੀ ਹੋਏ ਨੇ। ਇੱਥੇ ਪੰਜਾਬ ਦੇ ਵਿੱਚ ਪਿੰਡਾਂ 'ਚ ਵੀ ਫਿਕਰ ਜਾਂ ਫਿਰ ਇੱਥੋਂ ਜਿਹੜਾ ਸਹਿਯੋਗ ਹੈ ਉਹ ਲਗਾਤਾਰ ਦਿੱਲੀ ਪਹੁੰਚ ਰਿਹਾ ਹੈ। ਕਿਸਾਨੀ ਤੋਂ ਹਟ ਕੇ ਜਿਹੜਾ ਨੌਜਵਾਨ ਪੰਜਾਬ ਦਾ ਉਹ ਕੀ ਸੋਚਦਾ ਹੈ? ਮੇਰੇ ਨਾਲ ਰਾਹੁਲ ਚੋਪੜਾ, ਇਕੱਠੇ ਹੀ ਪੜ੍ਹੇ ਹਾਂ ਅਸੀਂ ਇੱਕੋ ਕਲਾਸ ਦੇ ਵਿੱਚ, ਤੇ ਜਦੋਂ ਕਿਤੇ ਬੈਠਦੇ ਉੱਠਦੇ ਜਾਂਦੇ ਤਾਂ ਚਰਚਾ ਹਮੇਸ਼ਾ ਕਿਸਾਨਾਂ ਦੀ ਹੁੰਦੀ। ਲਾਜ਼ਮੀ ਵੀ ਹੈ ਕਿਉਂਕਿ ਵੱਡਾ ਮਸਲਾ ਪੰਜਾਬ ਦਾ। ਰਾਹੁਲ ਦੇ ਨਾਲ ਵੀ ਗੱਲਬਾਤ ਚੱਲ ਰਹੀ ਸੀ। ਹੋਰ ਫਿਰ ਰਾਹੁਲ, ਕੀ ਹਾਲ ਚਾਲ? ਸਵਾਗਤ ਤੁਹਾਡਾ। ਵਧੀਆ ਕਰਨ ਸ਼ਰਮਾ ਜੀ। ਪਿੱਛੇ ਕਣਕਾਂ ਤਿਆਰ ਹੈ? ਪਿੱਛੇ ਕਣਕਾਂ ਤਾਂ ਤਿਆਰ ਹੈ ਜੀ, ਪਰ ਇਸ ਵਾਰ ਪਹਿਲਾਂ ਵਾਲੀ ਖੁਸ਼ੀ ਨਹੀਂ ਹੈਗੀ ਕਿਉਂਕਿ ਜੋ ਮੋਦੀ ਸਰਕਾਰ ਨੇ ਸਾਡੇ 'ਤੇ 3 ਕਾਲੇ ਕਾਨੂੰਨ ਥੋਪੇ ਆ, ਉਹਦੇ ਕਰਕੇ ਸਾਨੂੰ ਵੀ ਬਿਲਕੁਲ ਵੀ ਇਸ ਚੀਜ਼ ਦੀ ਖੁਸ਼ੀ ਹੈ ਨਹੀਂ ਕਿ ਸਾਡੀਆਂ ਕਣਕਾਂ ਪੱਕ ਗਈਆਂ। ਹਾਲੇ ਤੱਕ ਗੌਰਮੈਂਟ ਇਹ ਨਹੀਂ ਐਲਾਨ ਕਰ ਸਕੀ ਵੀ ਕਣਕਾਂ ਦੀ ਖਰੀਦ ਕਦੋਂ ਹੋਊਗੀ। ਇਹੀ ਹਾਲ ਇਹ ਉਦੋਂ ਹੋਣਾ ਹੈ ਜਦੋਂ ਇਹ ਕਾਰਪੋਰੇਟ ਕੋ ਆ ਗਈਆਂ। ਕਾਰਪੋਰੇਟਸ ਨੇ ਇਹ ਜਲਦੀ ਖਰੀਦਣੀਆਂ ਹੀ ਨਹੀਂ ਹੈਗੀਆਂ ਅੱਵਲ ਤਾਂ, ਠੀਕ ਹੈ। ਉਹਨਾਂ ਨੇ ਦੇਖਣਾ ਵੀ ਕਦੋਂ ਰੇਟ ਡਾਊਨ ਹੋਊਗਾ, ਉਦੋਂ ਉਹਨਾਂ ਨੇ ਖਰੀਦਣੀਆਂ। ਕਿਸਾਨ ਕੋ ਜਿਹੜਾ 1-2 ਏਕੜ ਵਾਲਾ ਕਿਸਾਨ ਆ, ਉਹ ਆਪਣੀ ਫਸਲ ਕੀ ਕਰੂਗਾ? ਉਹਨੇ ਤਾਂ ਪਹਿਲੀ ਇੰਨਾ ਮਤਲਬ ਕਰਜ਼ਾ ਲਿਆ ਹੁੰਦਾ ਕਿ ਉਹ ਇੰਤਜ਼ਾਰ ਕਰਦਾ। ਸਾਰੀਆਂ ਤਮਾਮ ਫਿਕਰਾਂ ਨੇ, ਪਰ ਬਾਈ ਇੰਨਾ ਟਾਈਮ ਹੋ ਗਿਆ ਹੁਣ ਤਾਂ 3-4 ਮਹੀਨੇ, 5ਵਾਂ ਮਹੀਨਾ ਹੈ, ਲੰਘੀ ਜਾਣਾ ਹੈ। ਸਰਕਾਰ ਤਾਂ ਐਂ ਲੱਗ ਰਿਹਾ ਜਿਵੇਂ ਪਿੱਠ ਕਰਕੇ ਹੀ ਬਹਿ ਗਈ ਵੀ ਸੁਣਦੀ ਨਹੀਂ, ਅਸੀਂ ਤਾਂ ਇਸ ਮੁੱਦੇ 'ਤੇ ਹੀ ਨਹੀਂ ਆਉਂਦੇ। ਹਾਲਾਂਕਿ ਚਿੰਤਾ ਜ਼ਰੂਰ ਦਿਖਾਈ ਜਾ ਰਹੀ ਹੈ ਕਿ ਅਸੀਂ ਚਿੰਤਾ ਕਰਦੇ ਹਾਂ, ਪਰ ਉਹ ਪ੍ਰੈਕਟੀਕਲੀ ਨਹੀਂ ਨਜ਼ਰ ਆ ਰਿਹਾ। ਤੁਸੀਂ ਗਏ ਹੋ ਦਿੱਲੀ ਇੱਕ ਵਾਰ ਵੀ? ਮੈਂ ਦਿੱਲੀ ਤਾਂ ਨਹੀਂ ਗਿਆ, ਪਰ ਰੋਜ਼ ਹੀ ਤੁਹਾਡੇ ਚੈਨਲ ਰਾਹੀਂ, ਹੋਰ ਮੀਡੀਆ ਅਦਾਰਿਆਂ ਰਾਹੀਂ ਅਸੀਂ ਰੋਜ਼ ਸਵੇਰ ਨੂੰ ਉੱਠ ਕੇ ਦੇਖੀਦਾ ਆ ਵੀ ਕੀ ਬਣਿਆ ਦਿੱਲੀ ਮੋਰਚੇ ਦਾ। ਕੋਈ ਸਾਡੇ ਕਿਸਾਨਾਂ ਨਾਲ ਮੰਦਭਾਗੀ ਘਟਨਾ ਤਾਂ ਨਹੀਂ ਘਟੀ। ਸਵੇਰ ਨੂੰ ਰੋਜ਼ ਉੱਠ ਕੇ ਵੀ ਬਾਕੀ ਕੰਮ ਬਾਅਦ 'ਚੋਂ ਪਹਿਲਾਂ ਇਹੀ ਦੇਖੀਦਾ ਵੀ ਕੀ ਹੋਇਆ। ਵੀ ਹੁਣ ਜੋ ਸਾਨੂੰ ਇੰਟਰਨੈਟ ਮਿਲਦਾ ਉਹ ਜ਼ਿਆਦਾਤਰ ਇਸੇ ਕੰਮ 'ਤੇ ਲਾਈਦਾ ਕਿ ਅਸੀਂ ਦੇਖੀਏ ਵੀ ਦਿੱਲੀ ਮੋਰਚੇ 'ਚ ਕੀ ਚੱਲਦਾ ਪਿਆ ਆ, ਕਿਉਂਕਿ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ। ਸਾਡਾ ਜੋ ਪਿਛੋਕੜ ਆ ਉਹ ਕਿਸਾਨੀ ਆ। ਪੰਜਾਬ ਵਿੱਚ ਇੰਡਸਟਰੀ ਤਾਂ ਹੈ ਨਹੀਂ ਹੈਗੀ, ਠੀਕ ਹੈ ਜੀ। ਸਾਡੇ ਕੋਲ ਕਿਸਾਨੀ ਆ। ਜੇ ਪੰਜਾਬ 'ਚ ਕਿਸਾਨ ਫਸਲ ਵੇਚੂਗੇ ਤਾਂ ਪੈਸਾ ਆਊਗਾ, ਉਹੀ ਪੈਸਾ ਸਾਰੇ ਆਲੇ ਦੁਆਲੇ ਸਰਕਲ ਹੋਊਗਾ। ਮੁੱਦਾ ਕਿਸਾਨੀ ਦਾ ਹੈ, ਪਰ ਗੱਲ ਇਹ ਹੋ ਰਹੀ ਵੀ ਇਹ ਤਾਂ ਭਾਈ ਅੱਤਵਾਦੀ ਨੇ, ਇਹ ਤਾਂ ਵੱਖਵਾਦੀ ਨੇ, ਖਾਲਿਸਤਾਨੀ ਨੇ। ਇਹ ਸਾਰੀਆਂ ਚੀਜ਼ਾਂ ਤੁਸੀਂ ਸੁਣੀਆਂ, ਕੀ ਚੱਲ ਰਿਹਾ ਹੁੰਦਾ ਉਦੋਂ? ਮਨ 'ਚ ਦਰਦ ਹੁੰਦਾ, ਰੋਂਦਾ ਮਨ ਤਾਂ ਬਹੁਤ ਰੋਂਦਾ ਹੈ ਜੀ। ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਹੁਣ ਦੇਸ਼ ਦੀਆਂ ਆਜ਼ਾਦੀਆਂ ਲਈ, ਉਹ ਅੱਜ ਅੱਤਵਾਦੀ ਹੋ ਗਿਆ, ਠੀਕ ਹੈ। ਜਿਸ ਦਿਨ ਚੀਨ ਨਾਲ ਮਤਲਬ ਇੰਡੀਆ ਦਾ ਹੋਇਆ ਸੀਗਾ ਝਗੜਾ, ਠੀਕ ਹੈ, ਉਹਨਾਂ ਨੇ 40 ਸਾਡੇ ਜਵਾਨ ਸ਼ਹੀਦ ਕੀਤੇ ਸੀਗੇ, ਅਤੇ ਉਸ ਤੋਂ ਬਾਅਦ ਇੰਡੀਆ ਨੇ ਪਹਿਲ ਕੀਤੀ ਸੀ ਕਿ ਉੱਥੇ ਸਿੱਖ ਰੈਜੀਮੈਂਟ ਜਾਵੇ। ਉਹੀ ਕੇਸਰੀ ਨਿਸ਼ਾਨ ਜੋ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਫਹਰਾਇਆ, ਉਹੀ ਉੱਥੇ ਸਾਡੇ ਸਿੱਖ ਰੈਜੀਮੈਂਟ ਨੇ ਚੀਨ ਦੇ ਬਾਰਡਰ 'ਤੇ ਲਾਇਆ। ਚੀਨ ਦੇ ਮਤਲਬ ਜਿਹੜੇ ਸੈਨਿਕ ਹੈਗੇ ਉਹਨਾਂ 'ਚ ਇੰਨੀ ਹਿੰਮਤ ਹੈ ਨਹੀਂ ਕਿ ਉਹ ਸਿੱਖ ਰੈਜੀਮੈਂਟ ਦਾ ਮੁਕਾਬਲਾ ਕਰ ਸਕਣ, ਠੀਕ ਹੈ। ਉਸ ਦਿਨ ਜਿਸ ਦਿਨ ਉੱਥੇ ਸਿੱਖ ਧਰਮ ਦਾ ਝੰਡਾ ਲਗਾਇਆ ਗਿਆ, ਉਸ ਦਿਨ ਸਾਡੀ ਜੋ ਗੋਦੀ ਮੀਡੀਆ ਆ, ਗੰਦੀ ਮੀਡੀਆ, ਮੋਦੀ ਦੀ ਜੋ ਹਮਾਇਤ ਕਰਦੀ ਆ, ਠੀਕ ਆ, ਉਸ ਮੀਡੀਆ ਨੇ ਬੜਾ ਚਲਾ ਕੇ ਦਿਖਾਇਆ ਜੇ ਦੇਖੋ ਵੀ ਸਿੱਖੋਂ ਨੇ ਵਹਾਂ ਪੇ
केसरी निशान लगा दिया, अपना निशान साहब लगा दिया। उस दिन वो अतवादी नहीं थे, वो क्योंकि साडे देश की उस दिन रक्षा करते ही। जिस दिन ਸਾਡੇ ਸਿੱਖ ਆਪਣਾ ਹੱਕ ਮੰਗ ਲੈਣ ਉਸ ਦਿਨ ਇਹ ਅੱਤਵਾਦੀ ਹੋ ਜਾਂਦੇ ਆ। ਕਿ ਪਹਿਲਾਂ ਉਹ ਅੱਤਵਾਦੀ ਨਹੀਂ ਹੁੰਦੇ ਜਦੋਂ ਹੁਣ ਬਾਰਡਰ ਤੇ ਆ ਸਿੱਖ ਰੈਜੀਮੈਂਟ ਆ ਦੁਨੀਆ, ਮੈਂ ਕਹਿੰਦਾ ਦੁਨੀਆ ਦੀ ਸਭ ਤੋਂ ਵਧੀਆ ਰੈਜੀਮੈਂਟ ਸਿੱਖ ਰੈਜੀਮੈਂਟ ਆ, ਜਿਹੜੀ ਨਹੀਂ ਡਰ ਆ ਵੀ ਕਿਸੇ ਵੀ ਮਤਲਬ ਆਪਣੀ ਜਾਨ ਦੇਣ ਲਈ ਡਰਦੀ ਨਹੀਂ ਹੈਗੀ। ਸਾਡਾ ਏਰੀਆ ਆ ਕਰਤਾਰਪੁਰ, ਇਹਦੇ ਆਲੇ ਦੁਆਲੇ ਅਸੀਂ ਦੇਖੀ ਦੀਆਂ ਸ਼ਹੀਦ ਹੋ ਆਉਂਦੇ ਆ ਫੌਜੀ, ਆਪਣੀਆਂ ਉਹਨਾਂ ਦੀਆਂ ਲਾਸ਼ਾਂ ਤਿਰੰਗਿਆਂ ਵਿੱਚ ਲਿਪਟੀਆਂ ਹੁੰਦੀਆਂ, ਅਸੀਂ ਦੇਖੀਦਾ, ਸਾਡਾ ਮਨ ਰੋਂਦਾ ਕਿ ਦੇਸ਼ ਦੀਆਂ ਸ਼ਹੀਦੀਆਂ ਦੇਣ ਲਈ ਸਾਡੇ ਪੰਜਾਬੀ, ਸਾਡੇ ਹਰਿਆਣਵੀ ਭਰਾ, ਠੀਕ ਆ, ਕੋਈ ਗੁਜਰਾਤੀ ਨਹੀਂ ਹੈਗਾ। ਮੋਦੀ ਕਹਿੰਦਾ ਅਸੀਂ ਗੁਜਰਾਤ ਮਾਡਲ ਬਣਾਵਾਂਗੇ, ਦਿਖਾਣ ਕਿੰਨੇ ਵੀ ਗੁਜਰਾਤ 'ਚੋਂ ਕਿੰਨੇ ਸ਼ਹੀਦ ਹੋਏ ਆ ਦੇਸ਼ ਦੀ ਆਜ਼ਾਦੀ ਲਈ, ਕਿੰਨੇ ਸ਼ਹੀਦ ਹੋਏ ਆ। ਜ਼ਿਆਦਾਤਰ ਜਾਂ ਸ਼ਹੀਦ ਹੋਏ ਪੰਜਾਬੀ, 80% ਪੰਜਾਬੀਆਂ ਨੇ ਕੁਰਬਾਨੀ ਦਿੱਤੀ ਆ। ਅਤੇ ਜਦੋਂ ਪੰਜਾਬੀ ਆਪਣਾ ਹੱਕ ਮੰਗਣ 'ਤੇ ਅੱਤਵਾਦੀ ਹੋ ਜਾਂਦੇ ਆ। ਇਹੀ ਤਾਂ ਸਮਝ ਨਹੀਂ ਆਉਂਦੀ ਹੈਗੀ। ਜਦੋਂ ਇਹ ਹੱਕ ਮੰਗਣ ਉਦੋਂ ਅੱਤਵਾਦੀ, ਜਦੋਂ ਦੇਸ਼ ਦੀ ਰੱਖਿਆ ਕਰਨ ਉਦੋਂ ਇਹਨਾਂ ਦੀ ਬੱਲੇ ਬੱਲੇ ਕਰ ਦਿੰਦੇ ਆ। ਹੁਣ ਮੀਡੀਆ ਕਿਉਂ ਨਹੀਂ ਦਿਖਾਉਂਦਾ ਪਿਆ? ਇਹੀ ਸਿੱਖ ਆ ਜਿਨ੍ਹਾਂ ਨੇ ਚੀਨ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਸੀ। ਚੀਨ ਦੇ ਉਸ ਜਿਸ ਦਿਨ ਤੋਂ ਸਿੱਖ ਰੈਜੀਮੈਂਟ ਲੱਗੀ ਪਈ ਆ, ਚੀਨ 'ਚ ਇੰਨੀ ਹਿੰਮਤ ਹੈ ਨਹੀਂ ਕਿ ਉਹ ਸਾਡੇ ਨਾਲ ਅੱਖ ਨਾਲ ਅੱਖ ਮਿਲਾ ਕੇ ਦੇਖ ਸਕਣ। ਠੀਕ ਹੈ, ਕਹਿੰਦੇ ਵੀ ਸਾਡੇ ਪੁੱਤ ਬਾਰਡਰਾਂ ਤੇ ਆ, ਪਿਓ ਕਿਸਾਨ ਹੈ ਉਹ ਦਿੱਲੀ ਦੇ ਬਾਰਡਰਾਂ ਤੇ ਹੈ, ਤੇ ਅਲਝਾਤਾ ਇੱਕ ਪਾਸੇ ਦੇਸ਼ ਦੀ ਰੱਖਿਆ, ਦੂਜੇ ਪਾਸੇ ਦੇਸ਼ ਨੂੰ ਅੰਨ ਦੇਣ ਵਾਲਾ, ਤੇ ਮੁੱਦਾ ਹੀ ਕਿਸਾਨੀ ਦਾ ਕਿਤੇ ਹੋਰ ਲੈ ਗਏ। ਬਾਈ ਇੱਕ ਨੌਜਵਾਨ ਕੀ ਸੋਚ ਰਿਹਾ, ਕਿਉਂਕਿ ਤੁਹਾਡੀ ਗੱਲਬਾਤ ਰੋਜ਼ ਹੁੰਦੀ ਹੋਊਗੀ, ਆਪਣੇ ਯਾਰਾਂ ਦੋਸਤਾਂ 'ਚ ਵੀ ਬਹਿਨੇ ਉੱਠਦੇ ਹੋ, ਕੀ ਕੋਈ ਬਣਾ ਰਿਹਾ ਮਨ ਇੱਥੋਂ ਦਾ ਨੌਜਵਾਨ ਵੀ ਅਗਾਂਹ ਦਾ ਕੀ ਕਰਨਾ, ਜਾਂ ਫਿਰ ਮੋਦੀ ਸਰਕਾਰ ਤੋਂ ਤੁਹਾਨੂੰ ਕੀ ਲੱਗਦਾ ਰਵੱਈਆ ਹੁਣ ਤੱਕ ਕਿਵੇਂ ਦੇ? ਮੋਦੀ ਸਰਕਾਰ ਦਾ ਰਵੱਈਆ ਉਸ ਤੋਂ ਬਿਲਕੁਲ ਅਸੀਂ ਨਾ ਖੁਸ਼ ਹਾਂ। ਠੀਕ ਹੈ ਜੀ। ਬਾਕੀ ਸਾਡੇ ਜਿਹੜੇ ਆਰਮੀ ਵਾਲੇ ਵੀਰ ਆ ਉਹ ਵੀ ਕਹਿੰਦੇ ਆ ਵੀ ਜੇ ਸਾਨੂੰ ਆਪਣੀਆਂ ਨੌਕਰੀਆਂ ਛੱਡ ਕੇ ਇੱਥੇ ਆਉਣਾ ਪਵੇ ਬਾਰਡਰਾਂ 'ਤੇ, ਉਹ ਵੀ ਤਿਆਰ ਨੇ। ਕਿਉਂਕਿ ਜਿੱਦਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਹਾਂ, ਠੀਕ ਹੈ, ਪਰਚੇ ਬੜੇ ਦਰਜ ਕਰਤੇ ਹੁਣ। ਪਰਚਿਆਂ ਤੋਂ ਪੰਜਾਬੀ ਕੌਮ ਨਾ ਡਰਦੀ ਨਾ ਡਰਨ ਵਾਲੀ। ਜਦੋਂ ਅੰਦੋਲਨ ਹੁੰਦੇ ਉਦੋਂ ਪਰਚੇ ਹੋਣੇ ਹੀ ਹੁੰਦੇ ਆ। ਠੀਕ ਹੈ, ਜੇ ਅਸੀਂ ਪਰਚਿਆਂ ਤੋਂ ਡਰ ਗਏ ਫਿਰ ਤਾਂ ਅਸੀਂ ਮਰ ਗਏ। ਗੌਰਮੈਂਟ ਦਾ ਇੱਕ ਤਰੀਕਾ ਹੁੰਦਾ ਵੀ ਪਰਚੇ ਕਰੋ, ਲੋਕੀ ਡਰੂਗੇ, ਡਰ ਕੇ। ਹੁਣ ਸਾਡੇ 200-250 ਕਿਸਾਨ ਇਹਨਾਂ ਨੇ 26 ਜਨਵਰੀ ਦੇ ਕੇਸ ਵਿੱਚ ਫੜੇ ਆ, ਕੀ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੁੰਦੀਆਂ? ਜ਼ਮਾਨਤਾਂ ਹੋ ਗਈਆਂ, ਚਲੋ ਕੋਈ ਬੇਕਸੂਰ ਆ, ਕੋਈ ਕਸੂਰਬਾਰ ਵੀ। ਕਹਿੰਦੇ ਵੀ ਸਰਕਾਰ ਤਾਂ ਲੋਕਾਂ ਦੀ ਹੁੰਦੀ ਹੈ, ਇਹ ਲੋਕਾਂ ਦੀ ਨਹੀਂ ਸੁਣੀ ਜਾ ਰਹੀ। ਇਹ ਸਰਕਾਰ ਲੋਕਾਂ ਦੀ ਬਿਲਕੁਲ ਨਹੀਂ ਹੈਗੀ, ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਠੀਕ ਆ, ਇਹਨਾਂ ਨੇ ਫੋਕਸ ਹੀ ਉਹਨਾਂ 'ਤੇ ਕੀਤਾ ਹੋਇਆ ਵੀ ਹੁਣ ਜਦੋਂ ਕਰੋਨਾ ਕਾਲ ਵਿੱਚ ਦੇਸ਼ ਦੀ ਅਰਧ ਵਿਵਸਥਾ ਵੀ ਹਿੱਲ ਗਈ, ਅੰਬਾਨੀ ਅਤੇ ਅਡਾਨੀ ਇਹੀ ਕਿਉਂ ਉੱਪਰ ਨੂੰ ਗਏ? ਸੋਚਣ ਵਾਲੀ ਗੱਲ ਆ, ਹੈ ਨਾ। ਕਿਉਂਕਿ ਗੌਰਮੈਂਟ ਦੀ ਇਹਨਾਂ ਨਾਲ ਗਿੱਠ ਮਿੱਠ ਆ। ਠੀਕ ਆ, ਗੌਰਮੈਂਟ ਦੀ ਇਹਨਾਂ ਨਾਲ ਸਾਂਢ ਗਾਂਢ ਹੈ। ਗੌਰਮੈਂਟ ਕਾਨੂੰਨ ਹੀ ਉਹਨਾਂ ਵਾਸਤੇ ਲੈ ਕੇ ਆਉਂਦੀ ਆ। ਗੌਰਮੈਂਟ ਚਾਹੁੰਦੀ ਆ ਕਿ ਅਸੀਂ ਸਰਕਾਰੀ ਖਰੀਦ ਕਰਨੀ ਕਰ ਦਈਏ ਬੰਦ, ਪ੍ਰਾਈਵੇਟਸ ਕੰਪਨੀਆਂ ਆਉਗੀਆਂ। ਕਿਹਦੇ ਕੋਲ ਇੰਨਾ ਪੈਸਾ ਕਿ ਪੂਰੇ ਦੇਸ਼ ਦੀ ਫਸਲ ਖਰੀਦ ਲੂਗਾ? ਕਿਸੇ ਹੈ ਨਹੀਂ ਹੈ। ਉਹ ਕਿਹਦੇ ਕੋਲ? ਅੰਬਾਨੀ ਅਤੇ ਅਡਾਨੀ ਕੋਲ। ਜਦੋਂ ਉਹਨੇ ਦੇਸ਼ ਦੀ ਫਸਲ ਮੰਨ ਲਓ ਅੱਧੀ ਅੰਬਾਨੀ ਨੇ ਖਰੀਦ ਲਈ, ਅੱਧੀ ਅਡਾਨੀ ਨੇ ਖਰੀਦ ਲਈ। ਠੀਕ ਆ, ਉਹਨਾਂ ਕੋਲ ਵੱਡੇ ਵੱਡੇ ਸੈਲਰ ਬਣੇ, ਗੋਦਾਮ ਬਣੇ, ਉਹਨਾਂ ਨੇ ਉੱਥੇ ਸਟੋਰ ਕਰ ਲੈਣੀ। ਜਦੋਂ ਸਟੋਰ ਕਰ ਲਈ, ਠੀਕ ਆ, ਉਹਨਾਂ ਨੇ ਆਪਣੀ ਮਰਜ਼ੀ ਨਾਲ ਵੇਚਣੀ। ਕਿਸਾਨਾਂ ਤੋਂ 20 ਰੁਪਏ ਮੰਨ ਲਓ ਖਰੀਦ। ਇਹੀ ਸਾਰੀਆਂ ਚੀਜ਼ਾਂ ਜਥੇਬੰਦੀਆਂ ਕਹਿ ਰਹੀਆਂ, ਪਰ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਕਿਉਂ ਨਹੀਂ ਸਮਝ ਰਹੀ ਇਹ ਪੁਆਇੰਟ ਦੇ ਉੱਤੇ? ਕਿਉਂ ਨਹੀਂ? ਸਰਕਾਰ ਨੇ ਆਪਣੇ ਯਾਰਾਂ ਦੋਸਤਾਂ ਦੀ ਹਮਾਇਤ ਕਰਨੀ ਆ। ਠੀਕ ਨਹੀਂ, ਸਾਡੇ ਨਾਲ ਕੋਈ ਮੰਨ ਲਓ ਦੋਸਤ ਦੀ ਤਾਂ ਇਹ ਹੈ ਨਾ, ਕਹਿੰਦੇ ਵੀ ਸਰਕਾਰ ਲੋਕਾਂ ਨੇ ਬਣਾਈ, ਯਾਰਾਂ ਦੋਸਤਾਂ ਨੇ ਥੋੜ੍ਹਾ ਬਣਾਈ। ਤੁਹਾਡੇ ਜਿਹੜੇ ਲਾਗਲੇ ਜਿਹੜੇ ਤੁਹਾਨੂੰ ਜਿਤਾਉਣ ਜਾਂ ਫਿਰ ਜਿਹੜੇ ਤੁਹਾਡੇ 'ਤੇ ਪੈਸੇ ਲਾਉਂਦੇ, ਸਰਕਾਰ ਉਹਨਾਂ ਨੇ ਬਣਾਈ ਕਿ ਜਿਹਨਾਂ ਨੇ ਵੋਟਾਂ ਪਾਈਆਂ? ਦੇਖੋ ਜੀ, ਸਰਕਾਰ ਨੇ, ਮੋਦੀ ਹੁਣਾਂ ਨੇ ਜਦੋਂ ਇਲੈਕਸ਼ਨ ਲੜਿਆ ਸੀ ਇਹਨਾਂ ਤੋਂ ਪੈਸੇ ਲਏ ਆ। ਹੁਣ ਅਗਲੇ ਮੋਦੀ ਸਰਕਾਰ ਥਰੂ ਆਪਣੇ ਪੈਸੇ ਦੀ ਵਸੂਲੀ ਕਰਦੇ ਪਏ ਆ। ਅਸੀਂ ਤੁਹਾਨੂੰ ਇਲੈਕਸ਼ਨ ਵਿੱਚ ਪੈਸੇ ਦਿੱਤੇ, ਤੁਸੀਂ ਸਾਡੇ ਪੈਸੇ ਵਿਆਜ ਸਮੇਤ, ਕਰ ਸਮੇਤ ਵਾਪਸ ਕਰਾਓ। ਅਤੇ ਤਾਂ ਹੀ ਕਰਕੇ ਕਾਨੂੰਨ ਆਉਂਦੇ ਪਏ। ਕੀ ਇਹ ਫਿਰ ਲੋਕਤੰਤਰ? ਇਹ ਲੋਕਤੰਤਰ ਦੀ ਸਰਾਸਰ ਹੱਤਿਆ ਆ। ਜਦੋਂ ਦੀ ਮੋਦੀ ਗੌਰਮੈਂਟ ਆਈ ਆ, ਬਿਲਕੁਲ ਲੋਕਾਂ ਨਾਲ ਧੱਕਾ ਹੋ ਰਿਹਾ। ਮਿਡਲ ਕਲਾਸ, ਗਰੀਬ ਕਲਾਸ ਬਿਲਕੁਲ ਥੱਲੇ ਜਾ ਰਹੇ ਆ। ਲੋਕੀ ਦਿਨੋਂ ਦਿਨ ਸੁਸਾਈਡ ਕਰ ਰਹੇ ਆ। ਯੰਗ ਜਨਰੇਸ਼ਨ ਹੈਗੀ ਜਿਹੜੀ ਸੁਸਾਈਡ ਕਰਦੀ ਪਈ ਆ। ਠੀਕ ਹੈ, ਪੰਜਾਬ ਦੇ ਨੌਜਵਾਨ ਆ ਉਹ ਬਾਹਰ ਕਿਉਂ ਜਾ ਰਹੇ ਆ? ਉਹ ਇਸੇ ਕਰਕੇ ਜਾ ਰਹੇ ਆ ਕਿਉਂਕਿ ਉੱਧਰ ਫਿਊਚਰ ਆ। ਠੀਕ ਹੈ, MA BA ਕਰਕੇ, BTECਾਂ ਕਰਕੇ, ਗ੍ਰੈਜੂਏਸ਼ਨ ਕਰਕੇ ਸਾਰੇ ਉੱਧਰ ਜਾ ਰਹੇ ਆ, ਬਾਹਰ ਜਾ ਰਹੇ। ਕਿਉਂਕਿ ਉੱਧਰ ਜੇ ਉਹ ਲੇਬਰ ਵੀ ਕਰਦੇ, ਉੱਧਰਲੀ ਗੌਰਮੈਂਟ ਉਹਨਾਂ ਨੂੰ ਸਹੂਲਤ ਦਿੰਦੀ ਪਈ। ਸਾਡੀ ਗੌਰਮੈਂਟ ਤਾਂ ਸਾਨੂੰ ਪੁੱਛਦੀ ਨਹੀਂ। ਹੁਣ ਮੈਂ ITI ਕੀਤੀ 10th ਤੋਂ ਬਾਅਦ, ITI ਤੋਂ ਬਾਅਦ ਡਿਪਲੋਮਾ ਕੀਤਾ, ਬੜੇ ਫਾਰਮ ਭਰੇ, ਕਦੀ ਰੇਲਵੇ 'ਚ ਭਰੇ, ਕਦੀ ਪੰਜਾਬ ਮਤਲਬ ਇਲੈਕਟ੍ਰੀਕਲ ਬੋਰਡ 'ਚ ਭਰੇ, ਹੈ ਨਾ, ਪਰ ਮਿਲਦੀ ਨਹੀਂ ਨੌਕਰੀ। ਕੀ ਕਰੀਏ? ਕਿੰਨੇ ਕੁ ਸਾਲ ਹੋ ਗਏ ਫਾਰਮ ਭਰਦੇ? ਫਾਰਮ ਮੈਂ ਦੇਖ ਲਓ ਜੀ 2013 'ਚ ITI ਕੀਤੀ ਸੀ,
ਉਸ ਤੋਂ ਬਾਅਦ ਮੈਂ 13 ਤੋਂ 1 ਸਾਲ ਗੈਪ ਲਿਆ 14 'ਚ ਤੇ ਮੇਰਾ 16 ਵਿੱਚ ਡਿਪਲੋਮਾ ਹੋ ਗਿਆ ਸੀ, ਪਾਸ ਆਊਟ ਹੋ ਗਿਆ ਮੈਂ, ਠੀਕ ਹੈ। ਉਸ ਤੋਂ ਬਾਅਦ ਲਗਾਤਾਰ ਇਹੀ ਕੋਸ਼ਿਸ਼ਾਂ ਕਰਦੇ ਆ ਵੀ ਸਰਕਾਰੀ ਨੌਕਰੀ ਤਾਂ ਸਾਨੂੰ ਕੀ ਮਿਲਣੀ, ਪ੍ਰਾਈਵੇਟ ਹੀ ਨਹੀਂ ਮਿਲਦੀ। ਪ੍ਰਾਈਵੇਟ ਜਾਓ ਉੱਥੇ 3-3 4-4 ਹਜ਼ਾਰ ਰੁਪਇਆ ਦਿੰਦੇ ਆ, ਕਹਿੰਦੇ ਤੁਸੀਂ ਫਰੈਸ਼ ਆ ਜੀ, ਤੁਹਾਨੂੰ ਇੰਨੇ ਪੈਸੇ ਮਿਲਣੇ ਆ, ਕਰਨਾ ਕਰੋ, ਨਹੀਂ ਕਰਨਾ ਨਾ ਕਰੋ ਜੀ। ਮਤਲਬ ਅਸੀਂ ਇੰਨੇ ਪੈਸੇ ਲਾਏ ਪੜ੍ਹਾਈਆਂ ਤੇ, ਅਸੀਂ ਹੁਣ 4-4 5-5 ਹਜ਼ਾਰ ਤੇ ਜੌਬ ਕਰਾਂਗੇ। ਇਹਦੇ ਨਾਲੋਂ ਵਧੀਆ ਅਸੀਂ ਆਪਣਾ ਕੰਮ ਸਿੱਖ ਲਿਆ ਆ, ਉਹ ਕਰਦੇ ਆ, ਅਸੀਂ ਥੋੜ੍ਹੇ ਵੱਧ ਪੈਸੇ ਕਮਾ ਲਈਦੇ ਨੌਕਰੀਆਂ ਕਰਨ ਤੋਂ। ਗੌਰਮੈਂਟ ਹੁਣ ਕਹਿੰਦੀ ਆ ਅਸੀਂ 5 ਕਰੋੜ ਰੋਜ਼ਗਾਰ ਦੇਵਾਂਗੇ, ਵੀ ਇਹ ਦੱਸੇ ਕਿੱਥੇ ਰੋਜ਼ਗਾਰ ਦੇਣਾ। ਰੇਲਵੇ ਤਾਂ ਵਿਕਣੀ ਸ਼ੁਰੂ ਕਰਤੀ, ਸਰਕਾਰੀ ਬੈਂਕ ਤਾਂ ਖ਼ਤਮ ਕਰੀ ਜਾਂਦੇ, ਠੀਕ ਹੈ। ਸਰਕਾਰੀ ਬੈਂਕ ਖਤਮ ਹੋ ਗਏ, ਰੇਲਵੇ ਖਤਮ ਹੋ ਗਈ। FCI ਆ, ਇਹਨਾਂ ਨੇ ਘਾਟੇ 'ਚ ਸ਼ੋਅ ਕਰਾ ਕੇ ਉਹ ਵੀ ਵੇਚ ਦੇਣੀ ਆ, ਠੀਕ, ਜੋ ਮਤਲਬ ਕੰਡੀਸ਼ਨ ਚੱਲਦੀ, ਕਿਉਂਕਿ ਬੇਲੀ ਇਸ ਕਰਕੇ ਲਿਆਂਦੇ ਆ FCI ਖਰੀਦ ਨਾ ਕਰੇ, ਪ੍ਰਾਈਵੇਟਸ ਘਰਾਣੇ ਖਰੀਦ ਕਰਨ, ਠੀਕ ਹੈ। ਅਤੇ ਗੌਰਮੈਂਟ ਤੋਂ ਮੈਂ ਇਹ ਪੁੱਛਣਾ ਚਾਹੁੰਦਾ, ਸੈਂਟਰ ਗੌਰਮੈਂਟ ਤੋਂ ਸਾਨੂੰ ਰੋਜ਼ਗਾਰ ਮਿਲੂਗਾ ਤੇ ਮਿਲੂਗਾ ਕਿੱਥੇ? ਚਲੋ ਸਾਡੀ ਤਾਂ ਹੁਣ ਉਮਰ ਵੀ ਹੋ ਗਈ ਆ, ਠੀਕ ਨਹੀਂ, ਮੇਰੀ ਮਤਲਬ ਉਮਰ ਕਾਫੀ ਹੋ ਗਈ ਆ, ਠੀਕ ਆ। ਤੇ ਮਤਲਬ ਮੈਂ ਗੌਰਮੈਂਟ ਤੋਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਆਉਣ ਵਾਲੇ ਬੇਰੁਜ਼ਗਾਰੀ ਭੱਤਾ ਮਿਲਿਆ, ਬੇਰੁਜ਼ਗਾਰੀ ਕਹਿੰਦੇ ਜੀ ਜੇ ਰੁਜ਼ਗਾਰ ਨਹੀਂ ਤੇ ਬੇਰੁਜ਼ਗਾਰੀ ਭੱਤਾ ਦੇਵਾਂਗੇ। ਕੁਛ ਨਹੀਂ ਮਿਲਿਆ ਜੀ, 1 ਰੁਪਈਆ ਨਹੀਂ ਮਿਲਿਆ। ਸਰਕਾਰ ਤਾਂ ਪੰਜਾਬ ਵਾਲੀ ਵੀ ਕਹਿੰਦੀ ਵੀ ਘਰ ਘਰ ਰੁਜ਼ਗਾਰ, ਹੁਣ ਤਾਂ ਲਗਭਗ 4 ਸਾਲ ਦਾ ਟੈਨਿਓਰ ਹੋ ਗਿਆ। ਸੈਂਟਰ ਸਰਕਾਰ ਨੇ 5 ਕਰੋੜ ਨੌਕਰੀ ਦਾ ਵਾਅਦਾ ਕੀਤਾ ਸੀਗਾ, ਨੌਜਵਾਨ ਤਾਂ ਨਿਰਾਸ਼ ਹੈ, ਕਿਉਂਕਿ ਕਿਸਾਨੀ ਦਾ ਮਸਲਾ ਆਪਾਂ ਗੱਲਬਾਤ ਕਰ ਰਹੇ ਸੀਗੇ, ਪੂਰੇ ਸਿਸਟਮ ਤੇ ਆਟੋਮੈਟਿਕਲੀ ਗੱਲ ਪਹੁੰਚ ਜਾਂਦੀ ਕਿ ਨਾ ਨੌਕਰੀ ਨਾ ਜੇ ਕਿਸਾਨੀ ਹੈ ਤਾਂ ਉਹ ਵੀ ਉਜਾੜੇ ਵੱਲ ਨੂੰ ਤੋਰੀ ਜਾ ਰਹੀ ਹੈ, ਚੀਜ਼ਾਂ ਰਹਿ ਕੀ ਗਈਆਂ। ਕਿਵੇਂ ਦੇਖਦੇ ਹੋ? ਘਰ ਘਰ ਰੁਜ਼ਗਾਰ ਦਾ ਵਾਅਦਾ ਵੀ ਸੀਗਾ ਤੇ ਸੈਂਟਰ ਵੱਲੋਂ ਜਿਹੜੀ ਤੁਸੀਂ ਗੱਲ ਕਹੀ। ਦੇਖੋ ਜੀ, ਘਰ ਘਰ ਰੋਜ਼ਗਾਰ ਤਾਂ ਨਹੀਂ ਮਿਲਣਾ, ਵੀ ਕੈਪਟਨ ਸਾਹਿਬ ਨੇ ਜਿਹੜਾ ਕਿਹਾ ਸੀ ਅਸੀਂ ਨਸ਼ਾ ਖਤਮ ਕਰ ਦਾਂਗੇ, ਘਰ ਘਰ ਨਸ਼ਾ ਜ਼ਰੂਰ ਮਿਲਦਾ ਪਿਆ ਆ। ਇਸ ਟਾਈਮ ਜੋ ਹਾਲਾਤ ਦੇਖੇ ਜਾਈਏ ਵੀ ਕੁਛ ਸਿਖਾਵੇਂ ਨਹੀਂ ਹੈਗੇ। ਵੀ ਹੁਣ ਥੋੜ੍ਹੇ ਦਿਨ 3-4 ਦਿਨ ਪਿੱਛੇ ਦੀ ਗੱਲ ਕਰੀਏ ਆਪਾਂ, ਇੱਕ 16 ਸਾਲ ਦਾ ਨੌਜਵਾਨ ਮਤਲਬ ਨਸ਼ੇ ਦਾ ਟੀਕਾ ਲਾ ਕੇ ਮਤਲਬ ਓਵਰਡੋਜ਼ ਲਈ ਉਹ ਖਤਮ ਹੋ ਗਿਆ। ਵੀ ਦੇਖਿਆ ਜਾਵੇ ਵੀ ਇਸ ਗੌਰਮੈਂਟ ਨੇ ਕੁਝ ਕੀਤਾ ਥੋੜ੍ਹੀ ਨਾ, ਘਰ ਘਰ ਰੋਜ਼ਗਾਰ ਤਾਂ ਨਹੀਂ ਮਿਲਿਆ, ਨਸ਼ਾ ਜ਼ਰੂਰ ਮਿਲਣ ਲੱਗ ਪਿਆ। ਵੀ ਉਹ ਬੱਚੇ ਨਸ਼ੇ ਕਿਹੜੇ ਕਰਦੇ ਪਏ ਆ, ਜਿਹੜੇ ਵਿਚਾਰੇ ਡਿਪਰੈਸ਼ਨ 'ਚ ਆ, ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਪਿਆ। ਗੌਰਮੈਂਟ ਇੱਕ ਇਹ ਆ ਵੀ ਗੌਰਮੈਂਟ ਨੂੰ ਇੱਦਾਂ ਦਾ ਕੁਝ ਕਰਨਾ ਚਾਹੀਦਾ ਕਿ ਜਿਹੜੇ ਨੌਜਵਾਨ ਪੜ੍ਹ ਕੇ ਹਟਦੇ ਹੀ ਆ ਨਾ, ਉਹਨਾਂ ਨੂੰ ਕਾਲਜਾਂ 'ਚੋਂ ਹੀ ਲੈ ਲੈਣਾ ਚਾਹੀਦਾ। ਚਲੋ ਆਪਾਂ ਇਹ ਨਹੀਂ ਕਹਿੰਦੇ, ਜਿਨ੍ਹਾਂ ਦੀ ਕੁਛ ਲਿਮਟ ਹੋਣੀ ਚਾਹੀਦੀ, ਜਿੱਦਾਂ 70 ਤੋਂ ਉੱਪਰ ਹੈ ਨਾ ਜਿਹੜੇ ਬੱਚੇ, ਉਹਨਾਂ ਨੂੰ ਸਿਲੈਕਟ ਕਰਨਾ ਚਾਹੀਦਾ, ਠੀਕ ਹੈ। ਜਿਹੜੇ ਥੋੜ੍ਹੇ ਨੰਬਰਾਂ ਵਾਲੇ ਆ ਉਹਨਾਂ ਨੂੰ ਦੁਬਾਰਾ ਟਰਾਈ ਕਰਨਾ ਚਾਹੀਦਾ, ਹੈ ਨਾ, ਠੀਕ ਹੈ। ਚਲੋ SC BC ਕੋਟੇ ਨੂੰ ਜਿੱਦਾਂ ਛੂਟ ਆ, ਉਹਨਾਂ ਨੂੰ ਥੋੜ੍ਹੀ ਘੱਟ ਦੇਣੀ ਚਾਹੀਦੀ ਆ। ਜਦੋਂ ਬੱਚੇ ਡਿਪਲੋਮਾ ਕਰਕੇ, ਇਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਡਿਪਲੋਮਾ ਪਾਸ ਕਰੋ, ਕਾਲਜ ਤੋਂ ਤੁਸੀਂ ਹਟੋਗੇ, ਅਸੀਂ ਤੁਹਾਨੂੰ ਉਸ ਤੋਂ ਬਾਅਦ ਹੀ ਨੌਕਰੀ ਦੇਵਾਂਗੇ। ਗੌਰਮੈਂਟ ਕੱਢਦੀ ਆ 6-6 ਸਾਲਾਂ ਬਾਅਦ ਨੌਕਰੀਆਂ, ਠੀਕ ਹੈ। ਉਦੋਂ ਤੱਕ ਉਮੀਦ ਖਤਮ ਹੋ ਜਾਂਦੀ, ਉਦੋਂ ਤੱਕ ਉਮੀਦ ਖਤਮ ਹੋ ਜਾਂਦੀ ਆ। ਕਈ ਬੱਚੇ ਬਾਹਰਾਂ ਨੂੰ ਚਲ ਜਾਂਦੇ ਆ, ਕਈ ਬੱਚੇ ਇੱਥੇ ਹੀ ਮਤਲਬ ਗਲਤ ਸੰਗਤ 'ਚ ਚਲ ਜਾਂਦੇ, ਫਿਰ ਉਹਨਾਂ ਦਾ ਉਹ ਮਾਈਂਡ ਆਫ ਸੈਂਸ ਨਹੀਂ ਰਹਿੰਦੀ, ਉਹਨਾਂ ਦਾ ਉੱਧਰ ਧਿਆਨ ਹੀ ਨਹੀਂ ਰਹਿੰਦਾ ਵੀ ਹੁਣ ਅਸੀਂ ਨੌਕਰੀਆਂ ਕਰੀਏ। ਹੁਣ ਜਿਹੜਾ ਬੱਚਾ ਨਸ਼ੇ 'ਚ ਚਲਾ ਗਿਆ, ਉਹ ਨੌਕਰੀ ਵੱਲ ਧਿਆਨ ਨਹੀਂ ਦਿੰਦਾ, ਠੀਕ ਨਹੀਂ। ਉਹਨੂੰ ਇਹੀ ਹੁੰਦਾ ਵੀ ਅਸੀਂ ਪਹਿਲਾਂ ਬਹੁਤ ਕੁਝ ਕਰਕੇ ਦੇਖ ਲਿਆ, ਹੁਣ ਨਾ ਉਹਦਾ ਨੌਕਰੀ ਨਾ ਮੋਹ ਹੁੰਦਾ, ਨਾ ਉਹਦਾ ਫੈਮਿਲੀ ਨਾ, ਉਹਨੂੰ ਇਹ ਆ ਥੋੜ੍ਹਾ ਬਹੁਤਾ ਕਮਾ ਲਿਆ, ਨਸ਼ਾ ਕਰ ਲਿਆ, ਠੀਕ ਹੈ ਜੀ। ਕੀ ਲੱਗਦਾ ਦੇਸ਼ ਕਿੱਧਰ ਨੂੰ ਜਾ ਰਿਹਾ? ਦੇਸ਼ ਇਸ ਟਾਈਮ ਦੇਸ਼ ਦੀ ਹਾਲਾਤ ਦੇਖੇ ਜਾਏ, ਇਹ ਬਹੁਤ ਹੀ ਜ਼ਿਆਦਾ ਬਦਤਰ ਕਰ ਦਿੱਤੇ ਗਏ ਆ, ਠੀਕ ਹੈ ਜੀ। ਜੋ ਵੀ ਮਤਲਬ ਹਰੇਕ ਮਹਿਕਮਾ ਉਹ ਘਾਟੇ 'ਚ ਜਾ ਰਿਹਾ ਹੈ, ਠੀਕ ਹੈ। BSNL ਆ, ਉਹ ਘਾਟੇ 'ਚ ਜਾ ਰਹੀ ਆ। ਵਰਲਡ ਪਾਵਰ ਬਣਨ ਦੇ ਦਾਅਵੇ ਸੀ। ਵਰਲਡ ਪਾਵਰ ਤਾਂ ਬਣਨੀ ਨਹੀਂ, ਠੀਕ ਹੈ ਜੀ। ਜੋ ਮੰਨ ਲਓ ਸਰਕਾਰ ਸਭ ਕੁਝ ਵੇਚੀ ਜਾ ਰਹੀ ਆ, ਠੀਕ ਹੈ। ਸਰਕਾਰ ਸਭ ਕੁਝ ਵੇਚੀ ਜਾਂਦੀ ਹੈ, ਸਰਕਾਰ ਤੋਂ ਪੈਸਾ ਕਿੱਥੇ ਆਊਗਾ? ਟੈਕਸ ਆਊਗਾ। ਅਮੀਰ ਘਰਾਣਿਆਂ ਦਾ ਤਾਂ ਇਹ ਟੈਕਸ ਮਾਫ ਕਰ ਦਿੰਦੇ। ਮੰਨ ਲਓ 2 ਪਾਰਟੀਆਂ ਇਹਨਾਂ ਤੋਂ ਮੇਨ, ਅੰਬਾਨੀ ਤੇ ਅਡਾਨੀ, ਉਹਨਾਂ ਦਾ ਤਾਂ ਇਹ ਟੈਕਸ ਮਾਫ ਕਰ ਦਿੰਦੇ, ਲੱਖਾਂ ਕਰੋੜਾਂ ਮਤਲਬ ਟੈਕਸ, ਲੱਖਾਂ ਕਰੋੜਾਂ ਰੁਪਈਏ ਟੈਕਸ ਵੀ ਮਾਫ ਕਰ ਦਿੰਦੇ ਆ, ਠੀਕ ਹੈ ਜੀ। ਅਤੇ ਇਹਨਾਂ ਤੋਂ ਪੈਸਾ ਕਿੱਥੇ ਆਊਗਾ? ਇੱਦਾਂ ਤਾਂ ਅਸੀਂ ਸਰਕਾਰ ਦੇ ਤਾਂ ਗੁਲਾਮ ਹੈਗੇ ਆ, ਅਸੀਂ ਇਹਦੇ ਨਾਲ ਕਾਰਪੋਰੇਟਸ ਘਰਾਣਿਆਂ ਦੇ ਵੀ ਗੁਲਾਮ ਹੋ ਜਾਵਾਂਗੇ, ਠੀਕ ਹੈ। ਕਾਰਪੋਰੇਟਸ ਜਿੱਦਾਂ ਮਤਲਬ ਇਹਨਾਂ ਅਮੀਰਾਂ ਦੇ ਗੁਲਾਮ ਹੋ ਰਹੇ, ਅਮੀਰਾਂ ਦੇ ਗੁਲਾਮ। ਅਮੀਰ ਦੇਖੋ ਜੀ, ਸਾਡੇ ਏਰੀਏ 'ਚ ਵੀ ਬਹੁਤ ਅਮੀਰ ਆ, ਅਸੀਂ ਉਹਨਾਂ ਦੇ ਤਾਂ ਗੁਲਾਮ ਹੈ ਨਹੀਂ, ਅਸੀਂ ਕਾਰਪੋਰੇਟਸ ਦੇ ਗੁਲਾਮ ਹੋਵਾਂਗੇ। ਇਹ ਆ ਸਭ ਕੁਝ ਤਾਂ ਉਹਨਾਂ ਕੋਲ ਆ ਜਾਣਾ, ਰੇਲਵੇ ਉਹਨਾਂ ਕੋਲ ਆ ਜਾਣੀ, ਬੈਂਕ ਉਹਨਾਂ ਕੋਲ ਆ ਜਾਣੀ, ਸਰਕਾਰੀ ਮਹਿਕਮਾ ਜਿਹੜਾ ਉਹ ਘਾਟੇ 'ਚ ਆ, ਹੌਲੀ ਹੌਲੀ ਇਹਨਾਂ ਨੇ ਹਰੇਕ ਮਹਿਕਮਾ ਵੇਚੀ ਜਾਣਾ, ਠੀਕ ਹੈ। ਪੜ੍ਹਦੇ ਸੀਗੇ ਬੜੇ ਮਾਣ ਨਾਲ, ਕਹਿੰਦੇ ਸੀ ਮੇਰਾ ਭਾਰਤ ਮਹਾਨ। ਉਹ ਲੱਗਦਾ ਵੀ ਤੁੱਕਾ ਅੱਜ ਦੀ ਡੇਟ 'ਚ ਠੀਕ ਨਹੀਂ? ਬਿਲਕੁਲ ਨਹੀਂ ਜੀ। ਜਦੋਂ ਦੀ ਇਹ BJP ਗੌਰਮੈਂਟ ਆਈ ਹੈ, ਇਹਨਾਂ ਨੇ ਮੇਰਾ ਭਾਰਤ ਮਹਾਨ ਸ਼ਬਦ ਹੀ ਖਤਮ ਕਰ ਦਿੱਤਾ ਹੈ, ਠੀਕ ਹੈ ਜੀ। ਜੇ ਸੋਚਿਆ ਜਾਵੇ, ਭਾਰਤ ਮਹਾਨ ਨਹੀਂ ਰਿਹਾ। ਜਦੋਂ ਸਾਡੇ ਲੋਕ ਅੰਦੋਲਨ ਕਰਦੇ, ਹੁਣ ਸੜਕਾਂ 'ਤੇ ਰੁਲਦੇ, ਹੁਣ 4 ਮਹੀਨੇ ਹੋ ਗਏ ਆ। ਜੇ ਜਿਹੜਾ ਦੇਸ਼ ਮਹਾਨ ਹੋਵੇ, ਉਹਦੇ ਲੋਕ
ਅੰਦੋਲਨ ਨਹੀਂ ਕਰਦੇ 4-4 ਮਹੀਨੇ ਲਈ। ਉੱਥੇ ਦੀ ਗਵਰਨਮੈਂਟ ਖੁਦ ਸੋਚਦੀ ਆ ਵੀ ਇਹਨਾਂ ਨੂੰ ਮਤਲਬ ਇੰਨੀ ਵਧੀਆ ਸਹੂਲਤ ਦਿੱਤੀ ਜਾਵੇ ਕਿ ਇਹ ਅੰਦੋਲਨ ਨਾ ਕਰਨ। ਠੀਕ ਹੈ, ਕਈ ਹੁਣ ਬਾਹਰਲੇ ਕੰਟਰੀਆਂ ਦੇਖ ਲਓ ਵੀ ਕਰੋਨਾ ਆਇਆ ਸੀਗਾ, ਉੱਥੇ ਦੇ ਗਵਰਨਮੈਂਟ ਨੇ ਕਿਹਾ ਵੀ ਲੋਕਡਾਊਨ ਲੱਗਾ ਹੋਇਆ, ਤੁਹਾਡੇ ਅਕਾਊਂਟ ਨੰਬਰ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਪੈਸੇ ਦਿੰਦੇ ਆ। ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਉਹਨੇ ਆਪਣਾ ਅਕਾਊਂਟ ਨੰਬਰ ਦੇ ਦਿੱਤਾ ਕਿ ਮੈਂ ਗਰੀਬ ਹੋ ਗਿਆ, ਮੈਨੂੰ ਪੈਸੇ ਦੇ ਦਿਓ। ਵੀ ਦੇਖਿਆ ਜਾਵੇ ਲੋਕੀ ਕਹਿ ਦਿੰਦੇ ਆ ਅਸੀਂ ਅਮਰੀਕਾ ਦੀ ਬਰਾਬਰੀ ਕਰਨੀ, ਅਮਰੀਕਾ ਦੀ ਬਰਾਬਰੀ ਕਿੱਦਾਂ ਹੋਊਗੀ? ਦੇਖਿਆ ਜਾਵੇ ਅਮਰੀਕਾ ਦੀ ਬਰਾਬਰੀ ਕਿੱਦਾਂ ਕਰੂਗਾ ਸਾਡਾ ਮੁਲਕ? 5 ਟ੍ਰਿਲੀਅਨ ਡਾਲਰ ਦੀ ਕਹਿੰਦੇ ਮਤਲਬ ਇਕਨੋਮੀ ਬਣਾਉਣੀ ਆ। 5 ਟ੍ਰਿਲੀਅਨ ਵੇਚ ਕੇ ਤੁਸੀਂ ਜੋ ਮਰਜ਼ੀ ਕਰ ਲਓ, ਵੇਚ ਕੇ ਭਾਵੇਂ 500 ਕਰ ਲਓ, ਵੇਚਿਆ ਨਾ, ਬਣਾਇਆ ਤਾਂ ਨਹੀਂ ਕੁਛ। ਜਾਂ ਮੋਦੀ ਸਰਕਾਰ ਕਹਿ ਦੇਵੇ ਵੀ ਅਸੀਂ 6 ਸਾਲਾਂ ਵਿੱਚ ਵੀ ਕੁਛ ਬਣਾਇਆ, ਸਭ ਕੁਛ ਵੇਚਿਆ ਹੀ ਆ, ਰੇਲਵੇ ਵੇਚਤੀ, ਬੈਂਕ ਵੇਚ ਰਹੇ ਆ, ਵੀ ਜਿਹੜੇ ਹੁਣ ਸਰਕਾਰੀ ਬੈਂਕ ਵੀ ਆ ਪਰ ਤੁਸੀਂ ਸਾਰੀਆਂ ਚੀਜ਼ਾਂ ਦੱਸਤੀਆਂ। ਇਹ ਜਜ਼ਬਾਤ ਲਗਭਗ ਪੰਜਾਬ ਦੇ ਹਰ ਨੌਜਵਾਨ ਦੇ ਹੋਣਗੇ, ਕਿਉਂਕਿ ਨੌਕਰੀ ਲਈ ਵੀ ਧੱਕੇ ਖਾ ਰਹੇ ਆ, ਹੱਕ ਲੈਣ ਦੇ ਲਈ ਦਿੱਲੀ 'ਚ ਵੀ ਧੱਕੇ ਖਾ ਰਹੇ ਆ, ਸੁਣਵਾਈ ਕਿਤੇ ਨਹੀਂ ਹੋ ਰਹੀ। ਕੀ ਲੱਗਦਾ ਹੈ ਹੁਣ ਕੋਈ ਆਸ ਬਚਦੀ ਨਜ਼ਰ ਆ ਰਹੀ ਹੈ? ਕਿਉਂਕਿ ਆਹ ਦੇਖ ਰਿਹਾ ਮੈਂ ਕਣਕਾਂ ਵੀ ਬਾਹਲੀਆਂ ਉਦਾਸ ਦੀਆਂ ਨਜ਼ਰ ਆ ਰਹੀਆਂ, ਨਹੀਂ ਤਾਂ ਵਿਸਾਖੀ ਦੇ ਲਾਗੇ ਲੱਗ ਰਿਹਾ ਹੁੰਦਾ ਵੀ ਖੇਤਾਂ 'ਚ ਇੱਕ ਰੌਣਕ ਹੈ। ਇੱਥੇ ਹੁਣ ਨੂੰ ਸਾਡੇ ਕਿਸਾਨ ਭਾਈ ਗੇੜਾ ਮਾਰਦੇ ਹੁੰਦੇ ਆ, ਸਾਰੀਆਂ ਚੀਜ਼ਾਂ 'ਤੇ ਨਿਗਾਹ ਹੁੰਦੀ, ਫਸਲ ਵੀ ਉਦਾਸ ਨਜ਼ਰ ਆ ਰਹੀ ਹੈ। ਤੁਹਾਨੂੰ ਲੱਗਦਾ ਕਿ ਕਿਤੇ ਖੁਸ਼ਹਾਲ ਹੋਊਗਾ ਪੰਜਾਬ ਮੁੜ ਤੋਂ? ਦੇਖੋ ਜੀ, ਕੋਸ਼ਿਸ਼ ਤਾਂ ਸਾਡੀ ਇਹੀ ਹੈ। ਸਾਡੇ ਕਿਸਾਨ ਭਾਈਆਂ ਨੇ ਦਿੱਲੀ ਅੰਦੋਲਨ ਲਾਇਆ ਵੀ ਸਾਨੂੰ ਉਮੀਦ ਹੈਗੀ ਆ ਕਿ ਸਾਡੇ ਕਿਸਾਨ ਜਿੱਤ ਕੇ ਹੀ ਵਾਪਸ ਆਉਣਗੇ। ਠੀਕ ਹੈ ਜੀ, ਵੀ ਇਹ ਫਸਲਾਂ ਤੁਸੀਂ ਕਹਿੰਦੇ ਮੁਰਝਾਈਆਂ ਤਾਂ ਆ। ਦੇਖੋ ਜੀ, ਸਾਡੇ ਹੁਣ ਜਿੱਦਾਂ ਅਸੀਂ 10 ਜਣੇ ਖੇਤਾਂ 'ਚ ਕੰਮ ਕਰਨ ਵਾਲੇ ਆ, ਠੀਕ ਆ, 7 ਦਿੱਲੀ ਬੈਠੇ ਆ, 3 ਇੱਥੇ ਆ, ਵੀ ਉਨੀ ਕੇਅਰ ਨਹੀਂ ਹੋ ਪਾਉਂਦੀ। ਪਰ ਅਸੀਂ ਫੇਰ ਵੀ ਪੂਰੀ ਕਣਕ ਵੀ ਵੱਢਾਂਗੇ, ਧਰਨੇ ਵਿੱਚ ਵੀ ਸ਼ਾਮਲ ਰਵਾਂਗੇ, ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਇਸ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਦੀ। ਬਹੁਤ ਬਹੁਤ ਧੰਨਵਾਦ ਰਾਹੁਲ, ਤੁਸੀਂ ਗੱਲਬਾਤ ਕੀਤੀ। ਸੋ ਇਹ ਆਪਣਾ ਬਚਪਨ ਦਾ ਯਾਰ ਰਾਹੁਲ ਐਂ ਹੀ ਗੱਲਬਾਤ ਕਰ ਰਹੇ ਸੀ ਬੈਠੇ, ਤਾਂ ਲੱਗਾ ਵੀ ਗੱਲਬਾਤ ਤੁਹਾਡੇ ਤੱਕ ਜਾਣੀ ਚਾਹੀਦੀ, ਕਿਉਂਕਿ ਇਹ ਆਮ ਇੱਕ ਡਿਸਕਸ਼ਨ ਹੋ ਰਹੀ ਹੈ, ਹਰ ਇੱਕ ਜਿੱਥੇ ਮਰਜ਼ੀ ਬਾਜੋ ਡਿਸਕਸ਼ਨ ਹੋ ਰਹੀ ਕਿਸਾਨਾਂ ਦੀ, ਫਸਲਾਂ ਦੀ, ਸਰਕਾਰ ਦੇ ਰਵੱਈਏ ਦੀ। ਉਦੋਂ ਬਾਅਦ 'ਚੋਂ ਨਿਰਾਸ਼ਾ ਵੀ ਆਉਂਦੀ ਹੈ, ਪਰ ਇੱਕ ਆਸ ਵਾਲਾ ਰਾਹ ਵੀ ਹੈ ਕਿ ਹਾਂ ਇੰਨਾ ਸਮਾਂ ਹੋ ਗਿਆ, ਸਰਕਾਰ ਜ਼ਰੂਰ ਮੰਨੇਗੀ, ਕਿਉਂਕਿ ਲੋਕਤੰਤਰ ਸੁਣਦੇ ਹਾਂ ਵੀ ਲੋਕਤੰਤਰ ਹੈ ਕਿਤੇ ਨਾ ਕਿਤੇ। ਜਿੰਨੇ ਲੋਕਾਂ ਦੀਆਂ ਅਰਦਾਸਾਂ, ਜਿੰਨੇ ਲੋਕਾਂ ਦਾ ਸੰਘਰਸ਼ ਹੈ, ਸੰਘਰਸ਼ ਦੀ ਜਿੱਤ ਦੀ ਆਸ ਲਾ ਕੇ ਹਰ ਪੰਜਾਬੀ ਬੈਠਾ ਹੈ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।